ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਜੇ ਡਿਜੀਟਲ ਪ੍ਰੈਸ ਕਾਨਫਰੰਸ ਕਰ ਰਿਹਾ ਕਿਉਂਕਿ ਰਾਤੀ ਸਰਸਾ ਸਾਹਿਬ ਨੇ ਇੱਕ ਲਾਈਵ ਕੀਤਾ ਸੀ ਤੇ ਮੈਂ ਵੀ ਰਾਤੀ ਹੀ ਆਪਣਾ ਜਵਾਬ ਉਹਨਾਂ ਨੂੰ ਦਿੱਤਾ ਸੀਗਾ। ਮੈਂ ਸਮਝਦਾ ਕਿ ਉਸ ਵੇਲੇ ਮੇਰੇ ਕੋਲ ਕਾਗਜ਼ ਪੂਰੇ ਨਹੀਂ ਸਨ, ਪਰ ਜੋ ਵੀ ਮੈਂ ਜਵਾਬ ਦੇ ਸਕਿਆ ਉਹ ਮੈਂ ਦਿੱਤੇ। ਪਰ ਅੱਜ ਮੈਂ ਕੁਝ ਗੱਲਾਂ ਕੌਮ ਨਾਲ, ਪੰਥ ਨਾਲ ਸਾਂਝੀਆਂ ਕਰਨਾ ਚਾਹੁੰਦਾ। ਬੰਗਲਾ ਸਾਹਿਬ ਗੁਰੂ ਹਰਕ੍ਰਿਸ਼ਨ ਪਾਤਸ਼ਾਹ 8ਵੇਂ ਗੁਰੂ ਨਾਨਕ ਸਾਹਿਬ ਦਾ ਸਥਾਨ, ਜਿੱਥੇ ਦੁਨੀਆ ਆ ਕੇ ਨਤਮਸਤਕ ਹੁੰਦੀ ਹੈ, ਲੇਕਿਨ ਉਹਦੇ ਪਿੱਛੇ ਇੱਕ ਇਤਿਹਾਸ ਹੈ ਕਿ ਜਦੋਂ ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਨੂੰ ਦਿੱਲੀ ਆਉਣ ਦਾ ਨਿਯੋਤਾ ਦਿੱਤਾ ਔਰ ਗੁਰੂ ਸਾਹਿਬ ਦਿੱਲੀ ਆਏ, ਔਰੰਗਜ਼ੇਬ ਨੇ ਬਹੁਤ ਪ੍ਰੈਸ਼ਰ ਪਾਇਆ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ, ਲੇਕਿਨ ਗੁਰੂ ਸਾਹਿਬ ਨੇ ਆਖਿਆ ਕਿ ਮੈਂ ਮਲੇਸ਼ ਦੇ ਮੱਥੇ ਨਹੀਂ ਲੱਗਣਾ। ਔਰੰਗਜ਼ੇਬ ਵਰਗਾ ਬਾਦਸ਼ਾਹ ਹੋਵੇ ਔਰ 8ਵੇਂ ਗੁਰੂ ਨਾਨਕ ਇਹ ਆਖ ਦੇਣ ਕਿ ਮੈਂ ਤੇਰੇ ਮੱਥੇ ਨਹੀਂ ਲੱਗਣਾ। ਮੈਂ ਸਮਝਦਾ ਉਸ ਵੇਲੇ ਦਿੱਲੀ ਸ਼ਹਿਰ 'ਚ ਬਹਿ ਕੇ ਕੌਣ ਇਹ ਜੁਰਤ ਕਰ ਸਕਦਾ ਸੀ? ਇਹ ਗੁਰੂ ਨਾਨਕ ਦਾ ਘਰ ਹੀ ਕਰ ਸਕਦਾ ਸੀ। ਪਰ ਸਰਦਾਰ ਸਰਸਾ ਸਾਹਿਬ, ਤੁਸੀਂ ਉਸ ਦਰ ਨੂੰ ਵੀ ਢਾਹ ਲਾਈ ਹੈ। ਤੁਸੀਂ ਉਸ ਦਰ ਦੀ ਜਿਹੜੀ ਮਰਿਆਦਾ ਸੀ ਤੁਸੀਂ ਉਸ ਨੂੰ ਵੀ ਢਾਹ ਲਾਈ ਹੈ। ਤੁਸੀਂ ਕਾਤਲਾਂ ਦੇ ਪੈਸੇ ਲੈ ਕੇ ਉਸ ਸਥਾਨ ਤੇ ਜੋ ਕੁਝ ਤੁਸੀਂ ਆਖਦੇ ਹੋ ਕਿ ਬਈ ਇਹ ਅਮਿਤਾਭ ਬੱਚਨ ਨੇ ਲਾਇਆ ਔਰ ਉਹਦੇ ਸ਼ੋਲੇ ਗਾਏ ਨੇ, ਉਹਦੇ ਮੈਂ ਕੁਝ ਸਬੂਤ ਕੁਝ ਰਾਤੀ ਦਿੱਤੇ ਸੀ, ਅੱਜ ਵੀ ਜ਼ਰੂਰ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ। ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਚੁੱਪ ਰਹੇ। ਤੁਸੀਂ ਸਿਰਫ 2 ਕਰੋੜ ਦੀ ਗੱਲ ਕੀਤੀ ਔਰ ਇਹ ਆਖਿਆ ਕਿ ਮੈਂ ਤਾਂ ਸਿਰਫ ਇੱਕ ਵਾਰੀ ਉਹਦੇ ਨਾਲ ਮੇਰੀ ਗੱਲ ਹੋਈ ਸੀ, ਉਹ ਵੀ ਹੁਣੇ ਤੁਹਾਨੂੰ ਮੈਂ ਜ਼ਰੂਰ ਸਬੂਤ ਦਿਆਂਗਾ। ਤੁਸੀਂ 10 ਕਰੋੜ ਬਾਰੇ ਬੋਲੇ ਹੀ ਨਹੀਂ। ਆਖਰ ਇਹ ਅੱਜ ਤੋਂ 3 ਮਹੀਨੇ ਪਹਿਲੇ ਤਾਂ ਮਸ਼ੀਨਾਂ ਦੀ ਓਪਨਿੰਗ ਹੁੰਦੀ ਹੈ, ਲੇਕਿਨ ਮਸ਼ੀਨਾਂ ਦੇ ਆਰਡਰ ਤੇ ਕਿੰਨੇ ਮਹੀਨੇ ਪਹਿਲੇ ਹੋਏ ਹੋਣਗੇ? ਉਹਨੇ 10 ਕਰੋੜ ਰੁਪਏ ਜਿਹੜਾ ਦਿੱਤਾ ਸੀ ਉਹ ਤੁਸੀਂ ਉਦੋਂ ਬੋਲਦੇ ਹੋ ਜਦੋਂ ਉਹ ਆਪਣੇ ਬਲੌਗ 'ਚ ਲਿਖਦਾ ਹੈ। ਉਹ ਸਾਰੀ ਡਿਟੇਲ ਹੁਣੇ ਮੈਂ ਤੁਹਾਨੂੰ ਦਿਖਾਵਾਂਗਾ, ਲੇਕਿਨ ਤੁਸੀਂ ਛੁਪਾਇਆ, ਮੈਂਬਰਾਂ ਤੋਂ ਛੁਪਾਇਆ, ਕੌਮ ਤੋਂ ਛੁਪਾਇਆ ਔਰ ਤੁਸੀਂ ਪੈਸੇ ਲਏ। ਮੈਂ ਇਹ ਸਮਝਦਾ ਹਾਂ ਕਿ ਤੁਸੀਂ ਇੱਕ ਬਹੁਤ ਵੱਡਾ ਧਰੋਸ ਸਥਾਨ ਨਾਲ ਕੀਤਾ, ਜਿੱਥੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਇੱਕ ਮਰਿਆਦਾ ਤੈਅ ਕੀਤੀ ਸੀ ਕਿ ਮਲੇਸ਼ ਦੇ ਮੱਥੇ ਨਹੀਂ ਲੱਗਣਾ। ਖਾਲਸਾ ਜੀ, ਤੁਸੀਂ ਆਖਦੇ ਹੋ ਕਿ ਮੇਰੀ ਇੱਕ ਵਾਰੀ ਗੱਲ ਹੋਈ, ਮੈਨੂੰ ਪਤਾ ਹੀ ਨਹੀਂ ਪੈਸੇ ਕਦੋਂ ਆਏ। ਇਹ ਤੁਹਾਡਾ ਟਵੀਟ ਹੈਗਾ ਜਿਹਦੇ ਤੁਸੀਂ ਆਪ ਲਿਖ ਰਹੇ ਹੋ। ਜੇ ਇਹ ਪੜ੍ਹੋ ਜਿਹਨੂੰ ਮੈਂ ਹਾਈਲਾਈਟ ਕੀਤਾ, ਇਹ ਕੀ ਲਿਖ ਰਿਹਾ? ਅਮਿਤਾਭ ਜੀ ਕਾਲਡ ਮੀ ਆਲਮੋਸਟ ਡੇਲੀ। ਹਰ ਰੋਜ਼ ਅਮਿਤਾਭ ਬੱਚਨ ਤੁਹਾਡੇ ਕੋਲੋਂ ਅਪਡੇਟ ਲੈ ਰਹੇ ਸੀ ਔਰ ਤੁਸੀਂ ਰਾਤੀ ਜਦੋਂ ਲਾਈਵ ਹੋਏ ਹੋ ਔਰ ਤੁਸੀਂ ਆਖਦੇ ਹੋ ਕਿ ਬਿਲਕੁਲ ਮੇਰੀ ਉਹਦੇ ਨਾਲ ਇੱਕ ਵਾਰੀ ਗੱਲ ਹੋਈ ਹੈ, ਇਸ ਤੋਂ ਇਲਾਵਾ ਗੱਲ ਨਹੀਂ ਹੋਈ। ਇਸ ਤੋਂ ਬਾਅਦ ਅਮਿਤਾਭ ਬੱਚਨ ਜੀ ਦਾ ਬਲੌਗ ਹੈ, PTI ਦਾ ਰਿਲੀਜ਼ ਹੈ। ਇਹ ਸਿਰਫ ਉਤਲੀਆਂ 4 ਲਾਈਨਾਂ ਪੜ੍ਹ ਲਓ। ਅਮਿਤਾਭ ਬੱਚਨ ਡੋਨੇਟਡ ਦੀ ਐਂਟਾਇਰ ਡਾਇਗਨੋਸਟਿਕ ਸੈਂਟਰ ਇਨ ਦਿੱਲੀ ਗੁਰਦੁਆਰਾ ਕਮੇਟੀ। ਇਹ ਉਤਲੀਆਂ 3 ਲਾਈਨਾਂ ਪੜ੍ਹੋ। ਅਮਿਤਾਭ ਬੱਚਨ ਜੀ ਲਿਖ ਰਹੇ ਨੇ ਕਿ ਬਈ ਮੈਂ ਐਂਟਾਇਰ ਬੰਗਲਾ ਸਾਹਿਬ ਦਾ ਡਾਇਗਨੋਸਟਿਕ ਸੈਂਟਰ ਮੈਂ ਡੋਨੇਟ ਕੀਤਾ ਹੈ। ਇਹਦੇ ਬਾਅਦ ਤੁਸੀਂ ਆਉਂਦੇ ਹੋ ਔਰ ਤੁਸੀਂ ਆਖਦੇ ਹੋ ਕਿ ਹਾਂ ਜੀ, ਜਦੋਂ ਅੱਜ ਤੋਂ 4 ਦਿਨ ਪਹਿਲੇ ਅਮਿਤਾਭ ਬੱਚਨ ਬੋਲਦਾ ਹੈ ਉਦੋਂ ਤੁਸੀਂ ਮੰਨਦੇ ਹੋ, ਉਸ ਤੋਂ ਪਹਿਲੇ ਤੁਸੀਂ ਇਹਦਾ ਜ਼ਿਕਰ ਹੀ ਨਹੀਂ ਕੀਤਾ। ਫਿਰ ਇਹ ਲਿਖਿਆ ਜਾਂਦਾ ਹੈ, ਅਮਿਤਾਭ ਬੱਚਨ ਪ੍ਰੋਵਾਈਡਡ ਅਸ ਵਿਦ MRI ਮਸ਼ੀਨ CT ਸਕੈਨ ਐਟ ਇਹ ਦਿੱਲੀ ਸਿੱਖ ਗੁਰਦੁਆਰਾ ਕਮੇਟੀ। ਆ ਵੀ ਤੁਸੀਂ ਪੜ੍ਹੋ। ਇਹ ਟਾਈਮਜ਼ ਨਾਓ ਨੂੰ ਤੁਸੀਂ ਕਮੇਟੀ ਐਕਸੈਪਟ ਕਰਦੀ ਹੈ। ਇਹ ਉਤਲੀਆਂ 3-4 ਲਾਈਨਾਂ ਫੇਰ ਪੜ੍ਹ ਲਓ। ਤੁਸੀਂ ਇਹ ਉਤਲੀਆਂ 3-4 ਲਾਈਨਾਂ ਤੁਸੀਂ ਫੇਰ ਪੜ੍ਹ ਲਓ। ਇਹ ਤੁਸੀਂ ਐਕਸੈਪਟ ਕਰਦੇ ਹੋ। ਪੰਜਾਬੀ ਜਾਗਰਣ ਦੇ ਵਿੱਚ ਗੁਰਦੁਆਰਾ ਕਮੇਟੀ ਰਿਲੀਜ਼ ਕਰਦੀ ਹੈ ਖਬਰ ਔਰ ਉਹਦੇ 'ਚ ਖਬਰ ਹੈ ਸਿਰਸਾ ਤੇ ਕਾਲਕਾ ਨੇ ਕਿਹਾ ਕਿ
ਉਹਨਾਂ ਨੇ ਜੁਨੇਜਾ ਪਰਿਵਾਰ ਤੇ ਚਾਵਲਾ ਪਰਿਵਾਰ ਨੂੰ ਇਸ ਪ੍ਰੋਜੈਕਟ ਲਈ ਯੋਗਦਾਨ ਦੇਣ ਵਾਲੇ ਹਰ ਵਿਅਕਤੀ ਦਾ ਉਹਨਾਂ ਨੇ ਇਹ ਦੋ ਪਰਿਵਾਰਾਂ ਦਾ ਧੰਨਵਾਦ ਕੀਤਾ। ਔਰ ਇਹਦੇ ਵਿੱਚ ਅਖਬਾਰ ਦੇ ਵਿੱਚ ਇਹ ਇੱਕ ਮੈਂ ਫੋਟੋ ਦਿਖਾਣਾ ਚਾਹੁੰਦਾ ਹਾਂ। ਹੁਣ ਇਸ ਫੋਟੋ ਦੇ ਵਿੱਚ ਇਹ ਬਹੁਤ ਹੀ ਮੰਨੇ ਪ੍ਰਵੰਨੇ ਪਰਿਵਾਰ ਨੇ, ਦਿੱਲੀ ਦੇ ਬਹੁਤ ਸੇਵਾ ਕਰਦੇ ਨੇ ਇਹ ਦੋਵੇਂ ਪਰਿਵਾਰ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ। ਇਹ ਅਗਰ ਤੁਸੀਂ ਵਿੱਚ ਦੇਖੋ ਕਿ ਜਿਹੜਾ ਸਿਟੀ ਸਕੈਨ ਹੈ ਉਸ ਪਰਿਵਾਰ ਦੇ ਇੱਕ ਬੱਚੇ ਦੇ ਨਾਂ ਦੇ ਉੱਤੇ ਲਗਾਇਆ ਜਾ ਰਿਹਾ। ਮੈਨੂੰ ਇਹ ਨਹੀਂ ਸਮਝ ਆਈ ਕਿ ਇੱਕ ਪ੍ਰੋਜੈਕਟ ਤੇ ਦੋ ਜਗ੍ਹਾ ਤੋਂ ਪੇਮੈਂਟ ਲੈ ਲਈ ਤੁਸੀਂ। ਅਮਿਤਾਭ ਬੱਚਨ ਜਿਹੜਾ ਹੈਗਾ ਉਹ ਲਿਖ ਰਿਹਾ ਹੈ ਕਿ ਮੈਂ ਸਾਰਾ ਜਿਹੜਾ ਪ੍ਰੋਜੈਕਟ ਹੈ ਉਹ ਮੈਂ ਫਾਈਨਾਂਸ ਕੀਤਾ ਹੈ। ਔਰ ਇੱਥੇ ਔਰ ਤੁਸੀਂ ਬੋਲਣ ਨੂੰ ਤਿਆਰ ਨਹੀਂ। ਤੁਸੀਂ ਉਦੋਂ ਬੋਲਦੇ ਹੋ ਜਦੋਂ ਅਮਿਤਾਭ ਬੱਚਨ ਬਾਹਰ ਨਿਕਲ ਕੇ ਆਉਂਦਾ ਹੈ। ਮੈਂ ਸਮਝਦਾ ਵਾਂ ਇਹ ਗੱਲਾਂ ਦੇ ਜਵਾਬ ਤਾਂ ਹੁੰਦੇ ਰਹਿਣਗੇ, ਪਤਾ ਲੱਗਦਾ ਰਹੇਗਾ। ਜਿੱਦਾਂ ਮੈਂ ਰਾਤੀ ਕਿਹਾ ਸੀ 50 ਲੱਖ ਰੁਪਏ ਤੁਸੀਂ ਸਾਡੇ ਕੋਲ ਇਨਫੋਰਮੇਸ਼ਨ ਹੈ, ਇਹ ਲਿਆ ਵੀ ਪਿਛਲੇ ਸਾਲ ਹੈ। ਮੈਂ ਇਹ ਸਮਝਦਾ ਵਾਂ ਲੇਕਿਨ ਸਭ ਤੋਂ ਵੱਡੀ ਗੱਲ ਜਿਹੜਾ ਤੁਸੀਂ ਰਾਹ ਖੋਲ ਦਿੱਤਾ ਹੈ, ਤੁਸੀਂ ਰਾਹ ਖੋਲ ਦਿੱਤਾ ਕੱਲ ਨੂੰ ਸੱਜਣ ਕੁਮਾਰ ਵਾਸਤੇ, ਤੁਸੀਂ ਰਾਹ ਖੋਲ ਦਿੱਤਾ ਟਾਈਟਲਰ ਵਾਸਤੇ, ਤੁਸੀਂ ਰਾਹ ਖੋਲ ਦਿੱਤਾ ਡੇਰੇ ਦੇ ਮੁਖੀ ਰਾਮ ਰਹੀਮ ਵਾਸਤੇ ਕਿ ਪੈਸੇ ਦਿਓ ਔਰ ਸਾਡੇ ਕੋਲੋਂ ਤੁਸੀਂ ਐਕਸੈਪਟੈਂਸ ਲੈ ਜਾਓ, ਸਾਡੇ ਕੋਲੋਂ ਮਾਫੀ ਲੈ ਲਓ। ਕਈ ਲੋਕ ਅੱਜ ਡਿਬੇਟ ਕਰ ਰਹੇ ਨੇ ਕਿ ਕੀ ਹਰਜ ਹੈ ਜੀ। ਮੈਂ ਇੱਕੋ ਗੱਲ ਕਹਿਣੀ ਚਾਹਾਂਗਾ, ਤੁਹਾਨੂੰ ਰਾਏ ਰੱਖਣਾ ਆਪਣੀ ਤੁਹਾਡਾ ਰਾਈਟ ਹੈ। ਉਹਨਾਂ ਘਰਾਂ ਦੇ ਵਿੱਚ ਚਲੇ ਜਾਓ ਜਿਨ੍ਹਾਂ ਦੇ ਪਰਿਵਾਰ ਖਤਮ ਹੋਏ ਨੇ, ਉਹਨਾਂ ਬਿਜ਼ਨਸ ਹਾਊਸਿਸ ਵਿੱਚ ਚਲੇ ਜਾਓ ਜਿਹੜੇ ਅੱਜ ਤੱਕ ਖੜੇ ਨਹੀਂ ਹੋ ਸਕੇ 84 ਤੋਂ ਬਾਅਦ। ਔਰ ਰਾਤੀ ਤੁਸੀਂ ਇੱਕ ਸ਼ਬਦ ਮੇਰੇ ਵਾਸਤੇ ਵਰਤਿਆ, ਤੁਸੀਂ ਆਖਿਆ ਕਿ ਮਨਜੀਤ ਸਿੰਘ ਗਿੱਧ ਹੈ ਲਾਸ਼ਾਂ ਦੇ ਉੱਤੇ ਰਾਜਨੀਤੀ ਕਰ ਰਹੇ ਨੇ। ਮੈਂ ਤੁਹਾਡੇ ਤੋਂ ਕੋਈ ਸਰਟੀਫਿਕੇਟ ਨਹੀਂ ਲੈਣਾ ਕਿ ਮੈਂ ਗਿੱਧ ਹਾਂ, ਕਿ ਮੈਂ ਬਾਜ ਹਾਂ, ਕਿ ਮੈਂ ਕਬੂਤਰ ਹਾਂ, ਕਿ ਮੈਂ ਤਿੱਤਰ ਹਾਂ। ਮੈਂ ਇਹ ਸਮਝਦਾ ਵਾਂ ਕਿ ਗੁਰੂ ਨੇ ਸੇਵਾ ਲਈ ਹੈ ਮੇਰੇ ਪਰਿਵਾਰ ਤੋਂ ਪਿਛਲੇ 17 ਸਾਲਾਂ 'ਚ। ਇਹ ਜਿੰਨੇ ਸਕੂਲ ਕਾਲਜ ਔਰ ਗੁਰੂ ਧਾਮਾਂ ਦੀ ਜ਼ਮੀਨਾਂ ਜਗ੍ਹਾ ਦੇਖ ਰਹੇ ਹੋ ਜਿੱਥੇ ਬੈਠ ਕੇ ਅੱਜ ਤੁਸੀਂ ਮੌਜਾਂ ਕਰਦੇ ਪਏ ਹੋ, ਕਰੋੜਾਂ ਰੁਪਏ ਦਾ ਆਪਣਾ ਸੋਸ਼ਲ ਮੀਡੀਆ ਚਲਾਉਂਦੇ ਪਏ ਹੋ, ਇਹ ਗੁਰੂ ਨੇ ਆਸ਼ੀਰਵਾਦ ਦੇ ਕੇ ਮੇਰੇ ਬਜ਼ੁਰਗਾਂ ਕੋਲੋਂ ਔਰ ਮੇਰੇ ਕੋਲੋਂ ਸੇਵਾ ਲਈ ਹੈ। ਇਹ ਜਿਹਨੂੰ ਤੁਸੀਂ ਗਿੱਧ ਆਖ ਰਹੇ ਹੋ, ਇਹ ਸੱਜਣ ਕੁਮਾਰ ਜਿਨੇ ਕਈ ਲਾਸ਼ਾਂ ਦਿੱਲੀ 'ਚ ਵਿਛਾ ਦਿੱਤੀਆਂ ਸੀ, ਇਸ ਨੂੰ ਅੰਦਰ ਕਰਾਉਣ ਵਾਲਾ ਮੈਂ ਹਾਂ। ਇਹ 84 ਦੀ ਯਾਦਗਾਰ ਕਿਸ ਨੇ ਬਣਾਈ, ਕਿਸ ਵੇਲੇ ਬਣਾਈ? ਜਦੋਂ ਸੋਨੀਆ ਦਾ ਤੇ ਸ਼ੀਲਾ ਦਾ ਤੇ ਡਾਕਟਰ ਮਨਮੋਹਨ ਸਿੰਘ ਦਾ ਰਾਜ ਸੀਗਾ। ਤੁਸੀਂ ਤਾਂ ਉਹ ਸ਼ਖਸ ਹੋ ਕਿ ਜਦੋਂ ਜੇਲ੍ਹ ਦੇ ਵਿੱਚ ਇੱਕ ਬੰਦੇ ਨੂੰ ਸਜ਼ਾ ਹੋ ਗਈ 1984 ਦੀ ਔਰ ਉਸ ਨੂੰ ਹੱਥਕੜੀ ਲਗਾ ਕੇ ਪੁਲਿਸ ਜਾ ਰਹੀ ਹੈ ਔਰ ਤੁਸੀਂ ਕੈਮਰਾਮੈਨ ਨੂੰ ਕਹਿੰਦੇ ਹੋ ਕਿ ਬਾਹਰ ਆਏਗਾ ਨਾ ਮੈਂ ਤੇ ਚੰਡ ਮਾਰਾਂਗਾ ਤੇ ਤੂੰ ਰਿਕਾਰਡ ਕਰੀ, ਮੈਂ ਲੋਕਾਂ ਨੂੰ ਦੱਸਾਂ ਮੈਂ ਕਿੱਡਾ ਵੱਡਾ ਸ਼ੇਰ ਹਾਂ, ਮੈਂ ਕਿੱਡਾ ਬੱਬਰ ਸ਼ੇਰ ਹਾਂ, ਮੈਂ 84 ਦੇ ਕਾਤਲ ਨੂੰ ਚੰਡ ਮਾਰੀ ਜਦੋਂ ਹੱਥਕੜੀ ਲਗਾ ਕੇ ਉਹਨੂੰ ਲਿਜਾ ਰਹੇ ਸੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ 5 ਸਾਲ ਕਾਉਂਸਲਰ ਰਹੇ ਹੋ ਪੰਜਾਬੀ ਬਾਤ ਤੋਂ, ਸੱਜਣ ਕੁਮਾਰ ਮੈਂਬਰ ਪਾਰਲੀਮੈਂਟ ਸੀ ਔਰ ਤੁਸੀਂ ਕਈ ਵਾਰੀ ਉਹਦੇ ਨਾਲ ਸਟੇਜ ਸ਼ੇਅਰ ਕੀਤੀ ਹੈ। ਮਰਦ ਦੇ ਬੱਚੇ ਸੀ, ਇੱਕ ਚੰਡ ਮਾਰ ਦਿੰਦੇ ਨਾ ਤੁਸੀਂ ਸੱਜਣ ਕੁਮਾਰ ਨੂੰ, ਅਸੀਂ ਵੀ ਤੁਹਾਨੂੰ ਸਲੂਟ ਮਾਰਦੇ ਕਿ ਵਾਕਈ ਮਾਂ ਨੇ ਪੁੱਤ ਜੰਮਿਆ ਮਨਜਿੰਦਰ ਸਿੰਘ ਸਿਰਸਾ ਔਰ ਇਸ ਨੇ ਸੱਜਣ ਕੁਮਾਰ ਨੂੰ ਚੰਡ ਮਾਰੀ ਹੈ। ਤੁਸੀਂ ਜਾ ਕੇ ਇੱਕ ਮੱਛਰ ਨੂੰ ਮਾਰ ਕੇ ਤੁਸੀਂ ਸ਼ਹਾਦਤ, ਲੜਾਈ ਅਸੀਂ ਲੜਦੇ ਰਹੀਏ, ਤੁਸੀਂ ਹਵਾਈ ਜਹਾਜ਼ਾਂ ਘੁੰਮਦੇ ਰਹੋ ਸੁਖਬੀਰ ਬਾਦਲ ਨਾਲ ਔਰ ਕ੍ਰੈਡਿਟ ਤੁਸੀਂ ਲੈਣ ਦੀ ਗੱਲ ਕਰੋਗੇ। ਮੈਂ ਸਮਝਦਾ ਕਿ ਇਹ ਮਸਲੇ ਜਿਹੜੇ ਨੇ ਇਹ ਬੜੇ ਇੰਪੋਰਟੈਂਟ ਨੇ। ਮੈਂ ਹੁਣ ਕੁਝ ਗੱਲ ਸਰ ਹਰਮੀਤ ਸਿੰਘ ਕਾਲਕਾ ਬਾਰੇ ਕਰਨਾ ਚਾਹੁੰਦਾ। ਉਹ ਅੱਜ ਕੱਲ੍ਹ ਸਬੂਤਾਂ ਦੀ ਗੱਲ ਕਰ ਰਹੇ ਨੇ। ਸਰ ਹਰਮੀਤ ਸਿੰਘ ਕਾਲਕਾ ਜੀ, ਤੁਸੀਂ ਸਬੂਤ ਪੁੱਛਦੇ ਪਏ ਹੋ ਕਿ ਸਾਨੂੰ ਪਤਾ ਹੀ ਨਹੀਂ। ਸਰਸਾ ਜੀ ਰਾਤੀ ਕੀ ਕਹਿ ਰਹੇ, ਉਹ ਕਿਸੇ ਨੇ 26 ਸਾਲਾਂ 'ਚ ਕੋਈ ਬੋਲਿਆ ਹੀ ਨਹੀਂ ਅਮਿਤਾਭ ਬੱਚਨ ਕਿਤੇ ਇਨਵੋਲਵ ਹੈ। ਸੰਗਤ ਜੀ ਮੈਨੂੰ ਕੀ ਪਤਾ, ਮੈਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਮੈਂ ਸੇਵਾ ਕਰ ਰਿਹਾ ਵਾਂ। ਖਾਲਸਾ ਜੀ ਸੇਵਾ ਇੱਥੇ ਭਾਵੇਂ ਮਨਜੀਤ ਸਿੰਘ ਆ ਕੇ ਬਹਿ ਜਾਵੇ, ਮਨਜੀਤ ਸਿੰਘ ਤੋਂ ਬਾਅਦ ਕੋਈ ਹੋਰ ਆ ਕੇ ਬਹਿ ਜਾਵੇ, ਪਰਮਜੀਤ ਸਿੰਘ ਸਰਨਾ, ਅਵਤਾਰ ਸਿੰਘ ਹਿੱਤ, ਇਹ ਜਿੰਨੇ ਪ੍ਰਧਾਨ ਰਹੇ ਨੇ ਇਹਨਾਂ ਤੋਂ ਬੜੀਆਂ ਵੱਡੀਆਂ ਸੇਵਾਵਾਂ ਸਾਰਿਆਂ ਨੇ ਕੀਤੀਆਂ ਹੋਣਗੀਆਂ। ਲੇਕਿਨ ਇਹੋ ਜਿਹੀ ਡਰਾਮੇਬਾਜ਼ੀ
मैं अज तक नहीं देखी। मैं राती ये कागज दिखाया सी 2017 सार हरमीत सिंह कालका जी, और तुसी देखो पहले मैं सरसा जी ਨੂੰ ਦਿਖਾਇਆ ਸੀਗਾ ਇਹ ਕਾਗਜ਼ ਦੇਖੋ 2017 ਚ 31 ਅਕਤੂਬਰ ਨੂੰ सरसा जी की आख रहे ने कि अमिताभ बच्चन दस तू सिख मारे ने, तू ये बोलिया सीगा कि खून का बदला खून से लेंगे, तू ये बोलिया सी कि बड़ा पेड़ गिरता तो धरती हिलती है, तू सपोर्ट कीती है। ये कौन बोल रहे ने? कालका जी तुहाडे प्रधान साहब जिन्हां दा कमरा तुहाडे सामने आमने सामने बूहा, वो बूहा खोल के पुछ लो, नहीं तो टैलीफोन मिला के पुछ लो, क्योंकि तुहानू सबूत चाहिए ने। तुसीं भज्जण दा राह लभदे पए हो, तुसीं कौम नू उस जगह लिया के खड़ा कीता। देखो सिखां कोल की है, सिखां कोल अणख है, तुसीं अज अणख ते सੱਟ मारी है सब। अगली गल, अजमेर सिंह रंधावा एक शख्सियत ने दिल्ली च, वो 2011 2009 ਦੇ ਵਿੱਚ हाई कोर्ट ਦੇ ਵਿੱਚ ਉਹ PIL ਪਾਉਂਦੇ ਨੇ ਅਮਿਤਾਭ ਬੱਚਨ ਦੇ ਖਿਲਾਫ। ਤੁਹਾਨੂੰ ਨਹੀਂ ਪਤਾ 2011 ਚ ਅਕਾਲ ਤਖਤ ਸਾਹਿਬ ਤੇ ਪੀਰ ਮੁਹੰਮਦ ਹੋਵੇ, ਜਗਦੀਸ਼ ਕੌਰ ਹੋਣ, ਜਿਹੜੇ ਵਿਟਨੈਸ ਨੇ ਸੱਜਣ ਕੁਮਾਰ ਦੇ ਖਿਲਾਫ, ਔਰ ਬਾਬੂ ਸਿੰਘ ਦੁਖੀਆ ਔਰ ਹੋਰ ਜਥੇਬੰਦੀਆਂ ਜਾਂਦੀਆਂ ਨੇ ਅਕਾਲ ਤਖਤ ਸਾਹਿਬ ਤੇ, ਕਿਉਂਕਿ ਬਾਦਲ ਸਾਹਿਬ ਇਨਵਾਈਟ ਕਰਦੇ ਨੇ ਅਮਿਤਾਭ ਬੱਚਨ ਨੂੰ ਕਿ ਵਿਰਾਸਤੇ ਖਾਲਸਾ ਦਾ ਤੂੰ ਮਹੂਰਤ ਕਰ ਆ ਕੇ। ਔਰ ਜਦੋਂ ਇਹ ਕੰਟਰੋਵਰਸੀ ਪੈਦਾ ਹੁੰਦੀ ਹੈ, ਇਸ ਕੰਟਰੋਵਰਸੀ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਜਾਂਦੀ ਹੈ, ਅਮਿਤਾਭ ਬੱਚਨ ਰੁਕ ਜਾਂਦਾ ਹੈ। ਜਿਹੜਾ ਉੱਥੇ ਬੰਬੇ ਤੋਂ ਜਿਹੜਾ SGPC ਦਾ ਮੈਂਬਰ ਹੈ ਬਾਵਾ, ਉਹ ਪੂਰਾ ਜ਼ੋਰ ਲਾਉਂਦਾ, ਅੱਜ ਵੀ ਜ਼ੋਰ ਲਾ ਰਿਹਾ, ਅੱਜ ਵੀ ਜੋ ਕੁਝ ਹੋ ਰਿਹਾ ਜ਼ਰੂਰ ਉਸ ਦਾ ਵੀ ਵਿੱਚ ਇਹਦੇ 'ਚ ਰੋਲ ਹੈਗਾ। ਔਰ ਉਹ ਆਖਦੇ ਨੇ ਕਿ ਇਹਨਾਂ ਨੂੰ ਮਾਫੀ ਦੇ ਦੇਣੀ ਚਾਹੀਦੀ ਹੈ। ਸਰ ਕਾਲਕਾ ਜੀ, ਮੈਂ ਇੱਕ ਚੀਜ਼ ਹੋਰ ਦਿਖਾਣਾ ਚਾਹੁੰਦਾ, ਕੌਮ ਨੂੰ ਪਤਾ ਲੱਗਣਾ ਚਾਹੀਦਾ ਤੁਸੀਂ ਕਿਹੜੇ ਪਰਿਵਾਰ ਤੋਂ ਹੋ, ਤੁਹਾਡਾ ਪਿਛੋਕੜ ਕੀ ਹੈ। ਇਹ ਦੇਖੋ, ਇਹ ਕਾਲਕਾ ਜੀ ਦੇ ਦਾਦਾ ਜੀ ਜਦੋਂ ਪ੍ਰਧਾਨ ਸੀਗੇ, ਇੰਡੀਅਨ ਐਕਸਪ੍ਰੈਸ 'ਚ फुल पेज एड दिती है अकाल तखत के खिलाफ। क्यों? क्योंकि राजीव गांधी नूं तुसीं खुश करना सी, राजीव गांधी नूं खुश करना सी कि किते तुहानूं फैक्ट्री का प्लॉट चाहिदा सी, जिहड़ा तुसीं प्लॉट लिया मायापुरी चों, सब नूं पता है कि किहड़ी सरकार ने और किवें दित्ता तुहानूं, या राज सभा की मैंबरी लैनी सी। इहदा पहला पैरा ही पढ़ लवो, जिहदे सीधे तौर पर दिल्ली गुरुद्वारा कमेटी का प्रधान लिखदा पिया, हाउएवर the jathedars of Akal Takht who violated the basic Sikh values and traditions would not justify their position as the custodian of Sikh faith and institutions. They would instead be guilty of violation of the basic Sikh ethos. ਇਹ ਤੁਹਾਡੇ ਦਾਦਾ ਜੀ ਲਿਖਦੇ ਪਏ ਨੇ। Against the background, the Hukamnama indicting Surjit Singh Banala, the Chief Minister of Punjab, is a gross violation of Sikh traditions and is demanding to Sikh institution, is damaging to Sikh institutions. A full page ad गुरु दी गोलक चो अकाल तख्त साहब के खिलाफ दिल्ली गुरुद्वारा कमेटी दवे। और अज तुसी आख रहे हो कि मैं फिर बंगला साहब, जिवें तुसी बंगला साहब ਜਿਹੜੇ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਉਹਨਾਂ ਦਾ ਟਾਈਮ 10:30 11 ਵਜੇ ਦਾ। ਸਰਸਾ ਜੀ ਨੇ ਜਦੋਂ ਦਾੜੀ ਰੰਗੀ ਦਾ ਮਸਲਾ ਆਇਆ, ਸਵੇਰੇ 7 ਵਜੇ ਤਲਬ ਕੀਤੇ ਪੰਜ ਪਿਆਰਿਆਂ ਨੂੰ ਦੇ ਅੱਗੇ ਪੇਸ਼ ਹੋਈਦਾ। ਕਦੀ ਇਹ ਸੁਣਿਆ ਸੀਗਾ ਕਿ ਉਹ ਤਲਬ ਕੀਤੇ ਜਾਂਦੇ ਨੇ? ਤੁਸੀਂ ਤਲਬ ਕਰਕੇ ਆ ਉਹਨਾਂ ਨੂੰ ਹੁਕਮਨਾਮਾ ਦੇ ਦਿੱਤਾ, ਜਿਵੇਂ ਬਾਦਲ ਕਰਦੇ ਨਾ ਅਕਾਲ ਤਖਤ ਤੇ ਜਥੇਦਾਰਾਂ ਨੂੰ ਦਿੰਦੇ ਨੇ ਕਿ ਇਹਨੂੰ ਮਾਫੀ ਦੇ ਦਿਓ, ਇਹਨੂੰ ਟੰਗ ਦਿਓ, ਇਹਨੂੰ ਛੱਡ ਦਿਓ। ਤੁਸੀਂ ਆਖਿਆ ਕਿ ਮੇਰੀ ਮਾਫੀ ਕਰੋ, ਇੱਥੇ ਇਹ ਲਓ ਮੈਂ ਆਪਣਾ ਕੰਮ ਕਰ ਦਿੱਤਾ। ਅੱਜ ਤੁਸੀਂ ਫੇਰ ਉਹ ਟ੍ਰੈਡੀਸ਼ਨ ਲੈ ਰਹੇ ਹੋ। ਆ ਅਕਾਲ ਤਖਤ ਸਾਹਿਬ ਦੀ ਟ੍ਰੈਡੀਸ਼ਨ ਨੂੰ ਤੁਸੀਂ ਢਾਹ ਲਾਉਣ ਦੀ ਸਾਜ਼ਿਸ਼ ਕਰਦੇ ਹੋ। ਜੱਦੀ ਪੁਸ਼ਤੀ ਤੁਹਾਡਾ ਕੰਮ ਹੈ। ਦੱਸ ਦਈਏ ਇਹ ਕੰਮ ਨਹੀਂ ਹੋਣ ਦਿਆਂਗੇ। ਅਕਾਲ ਤਖਤ ਸਾਹਿਬ ਦੀ ਟ੍ਰੈਡੀਸ਼ਨ ਜਿਹੜੀ ਹੈ ਉਸ ਨੂੰ ਅਸੀਂ ਕਦੀ ਖਤਮ ਨਹੀਂ ਹੋਣ ਦਿਆਂਗੇ। दूजी गल, जदों 84 हो गई ना, राजीव गांधी ने बड़ा जोर लाया, मनो भी सार बूटा सिंह ने राजीव नाल गल कराई कि अकाल तख्त साहब बुलाना, कोई सिख परिवार आ गया। मैं उहदे मूँह ते कह के आया सीगा कि गलती ना करी राजीव गांधी, सिख कदी प्रवान नहीं करनगे अकाल तख्त साहब नूं, ये सरकारी अकाल तख्त कोई प्रवान नहीं करेगा। लेकिन इन्हां ने उस वेले तुहाडे दादा जी समेत और होर
ਦੋ ਚਾਰ ਸਿੱਖ ਜਿਹੜੇ ਇਹਨਾਂ ਦੇ ਟਾਊਟ ਸੀ ਇਹਨਾਂ ਨੂੰ ਅੱਗੇ ਲਾ ਕੇ ਅਕਾਲ ਤਖਤ ਸਾਹਿਬ ਬਣਾਇਆ। ਅਕਾਲ ਤਖਤ ਸਾਹਿਬ ਬਣਾ ਕੇ ਜਦੋਂ ਕੌਮ ਦੇ ਹਵਾਲੇ ਕੀਤਾ ਤੇ ਕੌਮ ਨੇ ਕੀ ਕੀਤਾ? ਸਾਰਾ ਅਕਾਲ ਤਖਤ ਢਾਹ ਢੇਰੀ ਕਰ ਦਿੱਤਾ ਔਰ ਸੰਗਤ ਦੀ ਕਾਰ ਸੇਵਾ ਔਰ ਪੈਸੇ ਤੋਂ ਪੈਸੇ ਦੇ ਨਾਲ ਉਹ ਅਕਾਲ ਤਖਤ ਦੀ ਦੁਬਾਰਾ ਸਿਰਜਣਾ ਕੀਤੀ। ਕੌਮ ਨੇ ਸਰਕਾਰ ਦਾ ਅਕਾਲ ਤਖਤ ਐਕਸੈਪਟ ਨਹੀਂ ਕੀਤਾ ਸੀ। ਕਾਤਲਾਂ ਦੇ ਪੈਸੇ ਐਕਸੈਪਟ ਕਰਨੇ ਕਿ ਨਹੀਂ ਕਰਨੇ, ਬਿਲਕੁਲ ਉਹਦੇ ਖਿਲਾਫ ਆ। ਕੌਮ ਫੈਸਲਾ ਲਵੇ ਆਪਣਾ ਔਰ ਇਹ ਪੈਸੇ ਜਿਹੜੇ ਨੇ ਇਹ ਵਾਪਸ ਜਾਣਗੇ। ਇਹਦਾ ਕੀ ਮੋਡ ਹੋਏਗਾ ਇਹਦਾ ਵੀ ਰਸਤਾ ਜ਼ਰੂਰ ਕਰਾਂਗੇ, ਕਿਉਂਕਿ ਪਿਛਲੇ ਇੱਕ ਹਫ਼ਤੇ 'ਚ ਮੈਨੂੰ ਏਡੀਆਂ ਜਥੇਬੰਦੀਆਂ ਦੇ ਬਾਹਰੋਂ ਅੰਦਰੋਂ ਹਿੰਦੁਸਤਾਨ 'ਚੋਂ ਮੈਨੂੰ ਗਰੀਬ ਤੋਂ ਗਰੀਬ 84 ਵਾਲਾ ਜਿਹੜਾ 3 ਵੀਲਰ ਚਲਾਉਂਦਾ ਹੈ, ਜਿਹੜਾ ਈ ਰਿਕਸ਼ਾ ਚਲਾਉਂਦਾ ਹੈ, ਉਹ ਕਹਿੰਦਾ ਸਰਦਾਰ ਸਾਹਿਬ ਮੈਂ 100 रुपया दिहाड़ी मेरे को 500 रुपया दिहाड़ी या 400 रुपया दिहाड़ी बचती है, मैं 100 रुपया उसमें से दूंगा, लेकिन ये कौम को कलंकित मत होने दीजिए। हमारी खून का पैसा हमारी लाशों का सौदा करने वालों को रोकिए। मैं समझदा सोमवार को फैसला लिया जागो पार्टी ने कि ਅਸੀਂ ਅਕਾਲ ਤਖਤ ਸਾਹਿਬ ਜਾਵਾਂਗੇ, ਜਥੇਦਾਰ ਅਕਾਲ ਤਖਤ ਦੇ ਅੱਗੇ ਸਾਰੀ ਕੰਪਲੇਂਟ ਲੈ ਕੇ ਜਾਵਾਂਗੇ ਔਰ ਇਹ ਵੀ ਦੇਖਾਂਗੇ ਕਿ ਅਕਾਲ ਤਖਤ ਨੂੰ ਜਸਟਿਸ ਕਰਨਾ ਪਏਗਾ। ਇਹਨਾਂ ਫਾਈਲਾਂ ਤੇ ਮਿੱਟੀ ਨਹੀਂ ਪੈਣ ਦੇਵਾਂਗੇ, ਕਿਉਂਕਿ ਕੌਮ ਇਸ ਵੇਲੇ ਵੇਟ ਕਰਦੀ ਪਈ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੇਖਦੀ ਪਈ ਹੈ ਕਿ ਐਡਾ ਕੁਝ ਹੋ ਜਾਵੇ। ਔਰ ਕੱਲ ਮੈਂ ਜਿੱਦਾਂ ਤਾਰੀਫ ਕੀਤੀ ਬੀਬੀ ਜਗੀਰ ਕੌਰ ਦੀ ਕਿ ਭਾਵੇਂ ਐਸਜੀਪੀਸੀ ਦੀ ਚੀਫ ਹੈ ਲੇਕਿਨ ਉਸਨੇ ਠੀਕ ਗੱਲ ਕੀਤੀ ਹੈ। ਰਵੀ ਸਿੰਘ ਜਿਹੜੇ ਖਾਲਸਾ ਏਡ ਵਾਲੇ ਨੇ, ਹੋਰ ਜਥੇਬੰਦੀਆਂ ਨੇ ਇਸ ਦੇ ਉੱਤੇ ਜਿਹੜੀ ਗੱਲ ਕੀਤੀ ਹੈ, ਮੈਂ ਸਮਝਦਾ ਵਾਂ ਕਿ ਮੈਂ ਉਹਨਾਂ ਦਾ ਧੰਨਵਾਦੀ ਹਾਂ। ਮੈਂ ਧੰਨਵਾਦੀ ਨਹੀਂ ਹਾਂ, ਕੌਮ ਧੰਨਵਾਦੀ ਹੈ। ਉਹਨਾਂ ਨੇ ਆਪਣੀ ਜ਼ਮੀਰ ਤੋਂ ਗੱਲ ਕੀਤੀ ਹੈ, ਉਹਨਾਂ ਨੇ ਪਾਰਟੀ ਲਾਈਨ ਤੋਂ ਪਰੇ ਹਟ ਕੇ ਗੱਲ ਕੀਤੀ ਹੈ ਔਰ ਅਸੀਂ ਇਹ ਦੇਖਾਂਗੇ ਕਿ ਆਉਣ ਵਾਲੇ ਸਮੇਂ 'ਚ ਇਹ ਜਿਹੜੀਆਂ ਸਿੱਖ ਮਰਿਆਦਾਵਾਂ, ਇਹ ਸਰਸਾ ਐਂਡ ਕਾਲਕਾ ਇਸ ਨੂੰ ਖਤਮ ਕਰਨਾ ਚਾਹ ਰਹੇ ਨੇ, ਇਹ ਅਸੀਂ ਖਤਮ ਨਹੀਂ ਹੋਣ ਦੇਵਾਂਗੇ। ਔਰ ਇਹ ਜਿਹੜੇ ਸਬੂਤ ਨੇ ਇਹ ਮੀਡੀਆ ਵਾਲੇ ਮੇਰੇ ਕੋਲੋਂ ਸਾਰ ਪਰਮਿੰਦਰ ਸਿੰਘ ਕੋਲੋਂ ਜਿਹੜੀ ਚੀਜ਼ ਮੰਗਣਗੇ ਅਸੀਂ ਸਾਰੀ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਦੂਜੀ ਗੱਲ ਕਿ ਮੈਂ ਅੱਗੇ ਗੱਲ ਕਰ ਚੁੱਕਾ ਵਾਂ ਕਿ 2 ਵਾਰੀ 10 ਕਰੋੜ ਰੁਪਏ ਆ ਗਿਆ ਦਾ ਮਤਲਬ ਇੱਕ ਪਾਸੇ ਪਰਿਵਾਰ ਨੇ ਦਿੱਤੇ ਹੋਣ ਜਿਹਦੀ ਪਲੇਟ ਲੱਗਦੀ ਪਈ ਹੈ, ਇੱਕ ਪਾਸੇ ਅਮਿਤਾਭ ਬੱਚਨ ਦੇ ਰਿਹਾ ਜਿਹੜਾ ਤੁਸੀਂ ਬੋਲੇ ਹੀ ਨਹੀਂ, ਜਿਹੜਾ ਹੁਣ ਬੋਲੇ ਹੋ ਜਦੋਂ 4 ਦਿਨ ਪਹਿਲੇ ਉਹ ਕਰਦਾ। ਸੋ ਇਹ ਬੜੀਆਂ ਗੱਲਾਂ ਨੇ, ਲੇਕਿਨ ਉਸ ਤੋਂ ਵੱਡੀਆਂ ਗੱਲਾਂ ਨੇ ਸਿੱਖ ਟ੍ਰੈਡੀਸ਼ਨ, ਸਿੱਖ ਮਰਿਆਦਾ ਦੀ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਦੀ ਮਰਿਆਦਾ ਦੀ ਕਿ ਉੱਥੇ ਮਲੇਸ਼ ਨੂੰ ਦਰਸ਼ਨ ਨਹੀਂ ਦਿੱਤੇ ਸੀ, ਕਾਤਲਾਂ ਤੋਂ ਪੈਸੇ ਨਹੀਂ ਲਿੱਤੇ ਜਾ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।